ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਦਾ ਸਦਕਾ ਪਿਛਲਾ ਸਾਵਣ ਦਾ ਮਹੀਨਾ ਬੜੇ ਹੀ ਸੁੱਖ ਆਰਾਮ ਦੇ ਨਾਲ ਬਤੀਤ ਹੋ ਕੇ ਗੁਰੂ ਕੇ ਭਾਣੇ ਵਿੱਚ ਰਹਿੰਦਿਆਂ ਹੋਇਆਂ ਸਮਾਪਤੀ ਹੋਈ ਹੈ। ਅੱਜ ਨਵੇਂ ਮਹੀਨੇ ਦੀ ਆਰੰਭਤਾ ਹੋਈ ਹੈ, ਭਾਵ ਸੰਗਰਾਂਦ ਦਾ ਦਿਹਾੜਾ ਹੈ, ਭਾਦੋਂ ਮਹੀਨੇ ਦੀ ਸ਼ੁਰੂਆਤ ਹੋਈ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਪਾਂ ਸਾਰੇ ਸੰਗਤ ਰੂਪ ਵਿੱਚ ਗੁਰੂ ਕੀ ਮਿਤ ਮਰਿਆਦਾ ਮੁਤਾਬਕ ਇਕੱਤਰ ਹੋਏ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਨੇ ਪਿੱਛੇ ਕਿਰਪਾ ਕੀਤੀ ਹੈ, ਇਸੇ ਪ੍ਰਕਾਰ ਜੋ ਅੱਜ ਮਹੀਨੇ ਦੀ ਆਰੰਭਤਾ ਹੋਈ ਹੈ, ਇਹ ਭਾਦੋਂ ਦਾ ਮਹੀਨਾ ਵੀ ਆਪ ਜੀ ਦੇ ਚਰਨਾਂ ਕਮਲਾਂ ਸੰਗ ਜੁੜ ਕੇ ਆਪ ਜੀ ਦਾ ਓਟ ਆਸਰਾ ਲੈ ਕੇ ਬੜੇ ਹੀ ਸੁੱਖ ਆਰਾਮ ਦੇ ਨਾਲ ਬਤੀਤ ਹੋਵੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਿਰਪਾ ਕਰ ਰਹੇ ਹਨ। 12 ਮਾਹਾ ਨਾਮੇ ਬਾਣੀ ਵਿੱਚ ਮਾਝ ਰਾਗ ਦੇ ਅੰਦਰ ਜੋ ਵੱਖ-ਵੱਖ ਮਹੀਨਿਆਂ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖਾ ਜਨਮ ਨੂੰ, ਮਨੁੱਖਾ ਜੀਵ ਨੂੰ, ਗੁਰੂ ਕੇ ਸਿੱਖਾਂ ਨੂੰ, ਹਰ ਪ੍ਰਾਣੀ ਮਾਤਰ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਮਨੁੱਖਾ ਜਨਮ ਦੀ ਸਦਗਤੀ ਕਿਵੇਂ ਹੋਵੇ, ਭਲਾਈ ਕਿਵੇਂ ਹੋਵੇ, ਕਲਿਆਣ ਕਿਵੇਂ ਹੋਵੇ। ਸੋ ਆਪਾਂ ਹਰ ਮਹੀਨੇ 12 ਮਾਹਾਂ ਦਾ ਪਾਠ ਸਰਵਣ ਕਰਦੇ ਹਾਂ ਔਰ 12 ਮਾਹਾਂ ਦੇ ਵਿੱਚ ਸੰਬੰਧਿਤ ਮਹੀਨੇ ਦਾ ਜੋ ਸ਼ਬਦ ਹੈ ਤਿਸ ਦੀ ਕਥਾ ਵਿਚਾਰ ਆਪਾਂ ਸੰਖੇਪ ਰੂਪ ਦੇ ਵਿੱਚ ਹਰ ਮਹੀਨੇ ਸਰਵਣ ਕਰਦੇ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਹਨ, ਭਾਦੋਂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ ਇੱਕ ਵਾਰੀ ਸਾਰੀਆਂ ਸੰਗਤਾਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਾਦੋਏ ਭਰਮ ਭੁਲਾਣੀਆ, ਦੂਜਾ ਲੱਗਾ ਹੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਭਾਦੋਂ ਦੇ ਮਹੀਨੇ ਦੁਆਰਾ ਸਾਨੂੰ ਸਭਨਾ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਫਰਮਾਉਂਦੇ ਹਨ ਕਿ ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਇਹ ਮਨੁੱਖਾ ਜਨਮ ਰੂਪੀ ਜੋ ਭਾਦੋਂ ਦਾ ਮਹੀਨਾ ਹੈ ਔਰ ਪ੍ਰਤੱਖ ਸੰਸਾਰ ਦੇ ਵਿੱਚ ਜਿਹੜੀਆਂ ਜੀਵ ਰੂਪੀ ਇਸਤਰੀਆਂ ਹਨ, ਸੋ ਪ੍ਰਤੱਖ ਇਸਤਰੀਆਂ ਹਨ, ਉਹ ਜੇਕਰ ਕਿਸੇ ਭਰਮ ਭੁਲੇਖੇ ਦੇ ਵਿੱਚ ਭੁਲਾਣੀਆਂ ਕਹੀਏ ਭੁੱਲੀਆਂ ਰਹਿਣ ਔਰ ਦੂਜਾ ਲੱਗਾ ਹੇਤ, ਉਹਨਾਂ ਦਾ ਆਪਣੇ ਪਤੀ ਨੂੰ ਛੱਡ ਕੇ ਪਤੀ ਵਰਤਾ ਧਰਮ ਤੋਂ ਡਿੱਗ ਕੇ ਉਹ ਕਿਸੇ ਦੂਸਰੇ ਦੇ ਪ੍ਰੇਮ ਦੇ ਵਿੱਚ ਲੱਗ ਜਾਣ ਅਤੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਮਾੜਾ ਸਮਝਿਆ ਜਾਂਦਾ ਹੈ, ਉਹਨਾਂ ਦਾ ਜੀਵਨ ਚੰਗਾ ਨਹੀਂ ਹੁੰਦਾ। ਸੋ ਉਹਨਾਂ ਨੂੰ ਛੁੱਟੜ ਕਿਹਾ ਜਾਂਦਾ ਹੈ, ਮਾੜੀਆਂ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਭਾਦੋਏ, ਭਾਦੋਏ ਦਾ ਅਰਥ ਜਦੋਂ ਕਰਾਂਗੇ ਸੰਧੀ ਛੇਦ ਕਰਕੇ ਭਾ ਅਲੱਗ ਕਰ ਲਿਆ ਅਤੇ ਦੋਏ ਅਲੱਗ ਕਰ ਲਿਆ ਔਰ ਇਸ ਦਾ ਪਾਠ ਜੋ ਹੈ ਔਂਕੜ ਦੇ ਨਾਲ ਹੈ। ਭੱਬੇ ਕੰਨਾ ਦੱਦੇ ਨੂੰ ਔਂਕੜ ਅਤੇ ਈੜੀ ਨੂੰ ਸਿਹਾਰੀ। ਭਾਦੋਏ ਕਾਲੀ ਦੇ ਨਾਲ ਦੋਏ ਪਾਠ ਕਰਨਾ ਹੈ, ਭਾ ਦੂਏ ਨਹੀਂ ਕਰਨਾ। ਔਂਕੜ ਦੀ ਜਗ੍ਹਾ ਦੇ ਉੱਤੇ ਦੁਲੈਂਕੜ ਨਹੀਂ ਆਪਾਂ ਬੁਲਾ ਸਕਦੇ ਕਿਉਂਕਿ ਦੁਲੈਂਕੜ ਦੀਰਘ ਮਾਤਰਾ ਹੈ। ਸੋ ਦੀਰਘ ਮਾਤਰਾ ਨੂੰ ਆਪਾਂ ਲਘੂ ਮਾਤਰਾ ਨੂੰ ਦੀਰਘ ਨਹੀਂ ਬਣਾ ਸਕਦੇ ਅਤੇ ਦੀਰਘ ਨੂੰ ਲਘੂ ਨਹੀਂ ਬਣਾ ਸਕਦੇ। ਆਪਣੇ ਕੋਲੋਂ ਗੁਰਬਾਣੀ ਦੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਜਾ ਸਕਦਾ। ਇਹ ਅਧਿਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਵੀ ਦੁਨਿਆਵੀ ਜੀਵ ਨੂੰ ਬਖਸ਼ਿਸ਼ ਨਹੀਂ ਕੀਤਾ ਹੈ। ਸੋ ਇਸ ਕਰਕੇ ਭਾਦੋਏ ਜਦੋਂ ਅਰਥ ਕਰਾਂਗੇ ਤੇ ਭਾ ਅਲੱਗ ਦੋਏ ਅਲੱਗ। ਦੋਏ ਨਾਮ ਹੈ ਦਵੈਤ ਦਾ, ਦੋਏ ਨਾਮ ਹੈ ਦੂਜੇ ਦਾ, ਦੁਬਦਾ ਦਾ, ਮਾਇਆ ਦਾ।
ਸੋ ਜਿਵੇਂ ਸੰਸਾਰ ਦੇ ਵਿੱਚ ਕੋਈ ਦੂਜਾ ਕਿਸੇ ਨੂੰ ਭਾ ਜਾਵੇ, ਕੋਈ ਦੂਜਾ ਚੰਗਾ ਲੱਗ ਜਾਵੇ ਕਿਸੇ ਇਸਤਰੀ ਨੂੰ ਆਪਣੇ ਪਤੀ ਤੋਂ ਬਿਨਾਂ, ਤੇ ਉਹਨੂੰ ਕਿਹਾ ਜਾਂਦਾ ਵੀ ਇਹ ਭਰਮ ਭੁਲੇਖੇ ਵਿੱਚ ਹੈ। ਉਹ ਭਰਮ ਭੁਲੇਖੇ ਵਿੱਚ ਭੁੱਲੀ ਹੋਈ ਉਹ ਦੂਜਾ ਲੱਗਾ ਹੇਤ ਕਿਸੇ ਦੂਸਰੇ ਪੁਰਸ਼ ਦੇ ਨਾਲ ਉਹਦਾ ਹੇਤ ਪ੍ਰੇਮ ਲੱਗ ਜਾਂਦਾ ਹੈ। ਉਹਦਾ ਜੀਵਨ ਜਿਹੜਾ ਚੰਗਾ ਨਹੀਂ ਰਹਿੰਦਾ, ਨਾ ਹੀ ਸਮਾਜਿਕ ਰੂਪ ਦੇ ਵਿੱਚ, ਨਾ ਹੀ ਧਾਰਮਿਕ ਰੂਪ ਦੇ ਵਿੱਚ ਐਸੀਆਂ ਇਸਤਰੀਆਂ ਦੇ ਜੀਵਨ ਨੂੰ ਚੰਗਾ ਮੰਨਿਆ ਜਾਂਦਾ ਹੈ। ਇਸੇ ਪ੍ਰਕਾਰ ਭਾਦੋਏ ਜਿਨ੍ਹਾਂ ਨੂੰ ਦੁਐਤ ਭਾ ਗਈ, ਦੁਐਤ ਚੰਗੀ ਲੱਗੀ, ਦੁਬਿਧਾ ਚੰਗੀ ਲੱਗੀ, ਸੋ ਉਹ ਭਰਮ ਭੁਲਾਣੀਆਂ, ਉਹ ਭਰਮ ਭੁਲੇਖਿਆਂ ਦੇ ਵਿੱਚ ਪੈ ਗਏ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੁਬਿਧਾ ਤੋਂ ਬਚਾ ਕੇ ਸਾਨੂੰ ਇੱਕ ਦੇ ਨਾਲ ਜੋੜਿਆ ਹੈ। ਇਸੇ ਕਰਕੇ ਗੁਰਬਾਣੀ ਦੀ ਆਰੰਭਤਾ ਦੇ ਵਿੱਚ ਅੰਕ ਏਕਾ ਲਿਖਿਆ ਹੈ ਕਿ ਇੱਕ ਦੇ ਹੀ ਪੁਜਾਰੀ ਬਣਨਾ, ਇੱਕ ਦੇ ਨਾਲ ਹੀ ਜੁੜਨਾ ਹੈ, ਇੱਕ ਦਾ ਹੀ ਓਟ ਆਸਰਾ ਤੱਕਣਾ ਹੈ। ਸੋ ਇੱਕ ਨਾਲ ਜੋੜਿਆ ਹੈ, ਦੁਬਿਧਾ ਵਿੱਚ ਨਹੀਂ ਪੈਣਾ। ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਨਾ ਕਿਸੇ ਮੜੀ 'ਤੇ ਮੱਥਾ ਟੇਕਣਾ, ਨਾ ਕਿਸੇ ਕਬਰ ਦੀ ਪੂਜਾ ਕਰਨੀ ਹੈ, ਨਾ ਕਿਸੇ ਦੇਹਧਾਰੀ ਦੇ ਜਾ ਕੇ, ਨਾ ਕਿਸੇ ਪੁੱਛਣਾ ਦੇਣ ਵਾਲੇ ਦੇ, ਕਿਤੇ ਵੀ ਜਾ ਕੇ ਹੋਰ ਭਰਮ ਭੁਲੇਖੇ ਵਿੱਚ ਗੁਰੂ ਕੇ ਸਿੱਖ ਨੇ ਨਹੀਂ ਪੈਣਾ। ਅਤੇ ਜਿਹੜੇ ਪੈ ਜਾਂਦੇ ਆ ਉਹਨਾਂ ਨੂੰ ਦੁਐਤ ਦੁਬਿਧਾ ਭਾ ਜਾਂਦੀ ਹੈ, ਦੁਬਿਧਾ ਚੰਗੀ ਲੱਗਦੀ ਹੈ। ਅਤੇ ਦੁਬਿਧਾ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਉਸ ਦੀ ਸੋਚ ਇੱਕ ਪਾਸੇ ਫੈਸਲਾ ਨਹੀਂ ਕਰ ਸਕਦੀ, ਇੱਕ ਪਾਸੇ ਨਹੀਂ ਚੱਲ ਸਕਦਾ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਹੈ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਕਿ ਦੁਬਿਧਾ ਵਿੱਚ ਨਹੀਂ ਪੈਣਾ, ਰੱਬ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ। ਮੜੀ ਮਸਾਣ ਦੇ ਉੱਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰਹਿਤਨਾਮਿਆਂ ਦੇ ਵਿੱਚ, ਸਤਿਗੁਰੂ ਦੀ ਬਾਣੀ ਵਿੱਚ ਵਚਨ ਮਿਲਦੇ ਹਨ ਕਿ ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਭੁੱਲ ਕੇ ਵੀ ਗੁਰੂ ਕਾ ਸਿੱਖ ਇਹਨਾਂ ਦੀ ਪੂਜਾ ਦੇ ਵਿੱਚ ਨਾ ਲੱਗੇ। ਮੈਂ ਨਾ ਗਨੇਸਹਿ ਪ੍ਰਥਮ ਮਨਾਊਂ, ਕਿਸਨ ਬਿਸਨ ਕਬਹੂ ਨਹਿ ਧਿਆਊਂ, ਕਾਨ ਸੁਨੇ ਪਹਿਚਾਨ ਨਾ ਤਿਨ ਸੋ, ਲਿਵ ਲਾਗੀ ਮੋਰੀ ਪਗਿਨ ਸੋ। ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕ੍ਰਿਸ਼ਨ ਨੂੰ, ਵਿਸ਼ਨੂੰ ਨੂੰ ਇਹ ਸਤਿਕਾਰਯੋਗ ਦੇਵਤੇ ਹੋਣਗੇ, ਪਰ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਮੈਂ ਹੋਰ ਕਿਸੇ ਦੀ ਆਰਾਧਨਾ ਪੂਜਾ ਨਹੀਂ ਕਰਦਾ। ਸੋ ਇਸ ਕਰਕੇ ਦੁਬਿਧਾ ਵਿੱਚ ਨਹੀਂ ਪੈਣਾ, ਦੁਐਤ ਭਾਵ ਦੇ ਵਿੱਚ ਨਹੀਂ ਪੈਣਾ। ਜੋ ਮਾਇਆ ਦੁਐਤ ਵਾਲੀ ਹੈ, ਸਿਰਫ ਮਾਇਆ ਦੇ ਕਾਰਜਾਂ ਦੇ ਵਿੱਚ ਨਹੀਂ ਪੈਣਾ, ਨਹੀਂ ਤੇ ਭਰਮ ਭੁਲੇਖਿਆਂ ਦੇ ਵਿੱਚ ਜੀਵ ਪੈ ਜਾਂਦਾ ਹੈ। ਅਤੇ ਭਰਮ ਭੁਲੇਖਿਆਂ ਵਿੱਚ ਦੂਜਾ ਲੱਗਾ ਹੇਤ, ਦੂਜੇ ਪਾਸੇ ਮਾਇਆ ਵਾਲੇ ਪਾਸੇ, ਸੰਸਾਰ ਵਾਲੇ ਪਾਸੇ ਪ੍ਰੇਮ ਲੱਗ ਜਾਂਦਾ ਹੈ, ਵਾਹਿਗੁਰੂ ਵਾਲੇ ਪਾਸਿਓਂ ਪ੍ਰੇਮ ਟੁੱਟ ਜਾਂਦਾ ਹੈ। ਸੋ ਇਸ ਕਰਕੇ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਜਿਨ੍ਹਾਂ ਨੂੰ ਭਾ ਗਈ ਹੈ ਦੁਐਤ, ਜਿਨ੍ਹਾਂ ਨੂੰ ਦੁਬਿਧਾ ਚੰਗੀ ਲੱਗ ਗਈ ਹੈ, ਉਹ ਭਰਮ ਭੁਲਾਣੀਆਂ, ਭਰਮ ਭੁਲੇਖਿਆਂ ਦੇ ਵਿੱਚ, ਜਾਂ ਜਿਨ੍ਹਾਂ ਨੂੰ ਕੋਈ ਭਰਮ ਪੈ ਗਿਆ ਉਹਨਾਂ ਨੂੰ ਫਿਰ ਦੁਬਿਧਾ ਚੰਗੀ ਲੱਗਦੀ ਹੈ। 5 ਪ੍ਰਕਾਰ ਦੇ ਭਰਮ ਧਰਮ ਗ੍ਰੰਥਾਂ ਵਿੱਚ ਮਹਾਂਪੁਰਖਾਂ ਨੇ ਲਿਖੇ ਹਨ। ਔਰ ਉਹਨਾਂ 5 ਪ੍ਰਕਾਰ ਦੇ ਭਰਮਾਂ ਦੀਆਂ ਵੀ ਅੱਗੇ ਅਗਾਂਹ 5 ਕਿਸਮਾਂ ਹਨ। ਭਰਮ ਕੀ ਹੈ? ਸਤਿਗੁਰੂ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੱਸਦੇ ਹਨ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਸ ਤਰ੍ਹਾਂ ਦਾ ਸਾਡਾ ਮਨ ਮੰਨਦਾ ਹੋਵੇ, ਜਿਸ ਤਰ੍ਹਾਂ ਦਾ ਸਾਨੂੰ ਸਾਹਮਣੇ ਦਿਖਾਈ ਦਿੰਦਾ ਹੋਵੇ, ਉਸ ਤਰ੍ਹਾਂ ਦਾ ਨਾ ਹੋਵੇ, ਉਹਨੂੰ ਭਰਮ ਭੁਲੇਖਾ ਕਿਹਾ ਜਾਂਦਾ। ਇਹ ਭਰਮ ਦੀ ਡੈਫੀਨੇਸ਼ਨ, ਭਰਮ ਦੀ ਪਰਿਭਾਸ਼ਾ ਭਗਤ ਰਵਿਦਾਸ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਿੱਤੀ ਹੈ। ਮਾਧਵੇ ਕਿਆ ਕਹੀਐ ਭਰਮ ਐਸਾ, ਭਰਮ ਕਿਹੋ ਜਿਹਾ? ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ। ਜਿਸ ਤਰ੍ਹਾਂ ਦਾ ਅਸੀਂ ਮੰਨਦੇ ਹੋਈਏ ਉਸ ਤੋਂ ਉਲਟ ਹੋਵੇ, ਉਹਨੂੰ ਭਰਮ ਕਿਹਾ ਜਾਂਦਾ। ਸੋ ਭੇਦ ਭਰਮ ਕਰਤ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਇਹ 5 ਪ੍ਰਕਾਰ ਦੇ ਭਰਮ ਸੰਸਾਰ ਦੇ ਵਿੱਚ ਆਖੇ ਜਾਂਦੇ ਆ। ਇਹਨਾਂ ਵਿੱਚੋਂ ਜਿਹੜਾ ਭੇਦ ਭਰਮ ਹੈ, ਇਹਦੀਆਂ ਵੀ ਅੱਗੇ 5 ਕਿਸਮਾਂ ਹਨ। ਜੀਵ ਦਾ ਭੇਦ ਹੈ, ਜੀਵ ਈਸ਼ ਦਾ ਭੇਦ ਹੈ। ਸੋ ਇਤਿਆਦਿਕ ਇਹ ਲੰਮੇਰੀ ਔਰ ਥੋੜ੍ਹੀ ਜਿਹੀ ਸੂਖਸ਼ਮ ਵਿਚਾਰ ਹੈ, ਜਿਹਦੇ ਵਾਸਤੇ ਲੰਬਾ ਸਮਾਂ ਚਾਹੀਦਾ ਹੈ। ਸੋ ਦਾਸ ਸੰਖੇਪ ਕਰੇ ਕਿ ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਜਿਨ੍ਹਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਭੁੱਲ ਕੇ ਦੁਐਤ ਭਾ ਗਈ ਹੈ, ਦੁਬਿਧਾ ਵਿੱਚ ਪੈ ਗਏ ਹਨ, ਔਰ ਦੂਜਾ ਲੱਗਾ ਹੇਤ ਇੱਕ ਰੱਬ ਤੋਂ ਬਿਨਾਂ
ਜਾਂ ਇੱਕ ਆਪਣੇ ਪਤੀ ਪਰਮੇਸ਼ਰ ਤੋਂ ਬਿਨਾਂ ਜਿਨ੍ਹਾਂ ਦਾ ਕਿਸੇ ਦੂਜੇ ਦੇ ਨਾਲ ਪ੍ਰੇਮ ਲੱਗ ਗਿਆ ਹੈ, ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇਤ। ਫਿਰ ਉਹ ਜਿਹੜੀ ਜੀਵ ਰੂਪ ਇਸਤਰੀ ਹੈ, ਦੁਨਿਆਵੀ ਇਸਤਰੀ ਹੈ, ਦੁਨਿਆਵੀ ਇਸਤਰੀ ਜਿਹੜੀ ਲੱਖਾਂ ਸ਼ਿੰਗਾਰ ਬਣਾ ਲਵੇ। 16 ਹੈ ਕੀਏ ਸੀਗਾਰ ਕੇ ਅੰਜਨ ਪਾਜਿਆ, ਅਨੇਕਾਂ ਤਰ੍ਹਾਂ ਦੇ ਉਹ ਸ਼ਿੰਗਾਰ ਕਰ ਲਵੇ, ਪਰ ਉਹਦੇ ਕਿਸ ਕੰਮ ਹੈ ਜਦੋਂ ਪਤੀ ਵਰਤਾ ਧਰਮ ਦੇ ਵਿੱਚ ਪ੍ਰਪੱਕ ਹੀ ਨਹੀਂ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਦੋਂ ਕਿਸੇ ਦੂਜੇ ਦੇ ਨਾਲ ਪ੍ਰੇਮ, ਦੇਵੀ ਦੇਵਤੇ ਨਾਲ, ਦੇਹਧਾਰੀ ਨਾਲ, ਮੜੀਆਂ ਕਬਰਾਂ ਦੇ ਨਾਲ ਲੱਗਿਆ ਹੋਇਆ ਜੀਵ ਰੂਪ ਇਸਤਰੀ ਦਾ, ਤਾਂ ਫਿਰ ਲੱਖ ਸੀਗਾਰ ਬਣਾਇਆ। ਕਰਮ ਧਰਮ ਰੂਪੀ ਉਹ ਲੱਖਾਂ ਸ਼ਿੰਗਾਰ ਬਣਾ ਲਏ, ਤਰਾਟਕ ਸਾਧ ਲਏ, ਧੂਣੀਆਂ ਤਾਪ ਲਏ, ਪ੍ਰਾਣਾਯਾਮ ਕਰ ਲਏ, ਯੋਗਾ ਅਭਿਆਸ ਸਿੱਖ ਲਏ, ਸਭ ਕੁਝ ਕਰ ਲਏ, ਪਰ ਸਤਿਗੁਰੂ ਜੀ ਕਹਿੰਦੇ ਕਾਰਜ ਨਾਹੀਂ ਕੇਤ। ਇਹ ਜਿਹੜੇ ਕਰਮ ਧਰਮ ਰੂਪੀ ਜਿਹੜੇ ਉਹਦੇ ਕਾਰਜ ਕੀਤੇ ਹੋਏ ਹੈ, ਸ਼ਿੰਗਾਰ ਕੀਤੇ ਹੋਏ ਹੈ, ਉਹ ਕਿਸੇ ਵੀ ਕੰਮ ਨਹੀਂ ਆਉਂਦੇ, ਉਹ ਵਿਅਰਥ ਹਨ, ਸਭ ਨਿਸਫਲ ਹਨ। ਜਿਤ ਦਿਨ ਦੇਹ ਬਿਨਸਸੀ ਤਿਤ ਵੇਲਾ ਕਹਿਸਨ ਪ੍ਰੇਤ। ਮਨੁੱਖਾ ਜਨਮ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸੱਚਾਈ ਬਿਆਨ ਕਰਦੇ ਹੈ। ਕਹਿੰਦੇ ਜਿਸ ਦਿਨ ਇਸ ਮਨੁੱਖ ਦਾ ਸਰੀਰ ਬਿਨਸ ਜਾਵੇਗਾ, ਬਿਨਸ ਜਾਵੇਗਾ, ਤਿਤ ਵੇਲਾ ਕਹਿਸਨ ਪ੍ਰੇਤ, ਉਸ ਵੇਲੇ ਇਹਨੂੰ ਪ੍ਰੇਤ ਪ੍ਰੇਤ ਕਹਿਣਗੇ ਸਾਰੇ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਸ ਵੇਲੇ ਸਾਰੇ ਹੀ ਕਹਿੰਦੇ ਆ ਇਹ ਮਰ ਗਿਆ, ਇਹ ਚੜ੍ਹਾਈ ਕਰ ਗਿਆ, ਹੁਣ ਇਹ ਪ੍ਰੇਤ ਬਣ ਗਿਆ, ਹੁਣ ਇਹਨੂੰ ਜ਼ਿਆਦਾ ਸਮਾਂ ਘਰ ਦੇ ਵਿੱਚ ਨਾ ਰੱਖੋ, ਫਿਰ ਕਾਢੋ ਹੋਈ ਜਲਦੀ, ਕਹਿੰਦੇ ਕੱਢ ਲਓ ਇਹਨੂੰ, ਲੈ ਜਾਓ ਜਲਦੀ, ਕਿਤੇ ਇਹਦਾ ਸਰੀਰ, ਇਹਦੀ ਬੋਡੀ ਖਰਾਬ ਨਾ ਹੋ ਜਾਵੇ। ਜਿਹਦੇ ਨਾਲ ਦੁਨੀਆ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇੰਨਾ ਪ੍ਰੇਮ ਸੀ, ਜਦੋਂ ਆਤਮਾ ਉਹਦੀ ਉਡਾਰੀ ਮਾਰ ਗਈ, ਕਾਇਆ ਮੜੋਲੀ ਧਰਤੀ ਦੇ ਉੱਤੇ ਡਿੱਗ ਪਈ। 5 ਤੱਤ ਕੋ ਤਨ ਰਚਿਓ, ਜਾਨੋ ਚਤੁਰਸ ਜਨ, 5 ਤੱਤਾਂ ਦਾ ਸਰੀਰ ਧਰਤੀ ਦੇ ਉੱਤੇ ਪਿਆ ਹੈ। ਮਨੁੱਖ ਉਹੀ ਹੈ, ਪਰ ਉਸ ਵੇਲੇ ਉਹਨੂੰ ਫਿਰ ਸਾਧ ਸੰਗਤ ਜੀ ਪ੍ਰੇਤ ਕਹਿਣ ਲੱਗ ਪੈਂਦੇ ਆ। ਜਿਤ ਦਿਨ ਦੇਹ ਬਿਨਸਸੀ ਤਿਤ ਵੇਲਾ ਕਹਿਸਨ ਪ੍ਰੇਤ। ਦੇਹੀ ਦਾ ਵਿਨਾਸ਼ ਹੋ ਗਿਆ, ਉਸ ਵੇਲੇ ਕਹਿਣ ਲੱਗ ਗਏ ਵੀ ਹੁਣ ਫਲਾਣਾ ਸਾਹਿਬ ਚੜ੍ਹਾਈ ਕਰ ਗਿਆ, ਹੁਣ ਉਹ ਤਾਂ ਪ੍ਰੇਤ ਬਣ ਗਿਆ, ਉਹ ਤਾਂ ਭੂਤ ਬਣ ਗਿਆ। ਉਸ ਵੇਲੇ ਜਿਤ ਦਿਨ ਦੇਹ ਬਿਨਸਸੀ, ਇਹਦੇ ਵੀ 3 ਅਰਥ ਹੋਣਗੇ। ਜਦੋਂ ਦੇਹ ਬਿਨਸ ਜਾਏਗੀ, ਭਵਿੱਖਤ ਕਾਲ ਦਾ ਅਰਥ ਬਣੇਗਾ। ਜਿਤ ਦਿਨ ਦੇਹ ਬਿਨਸਸੀ, ਜਦੋਂ ਦੇਹ ਬਿਨਸ ਜਾਂਦੀ ਹੈ, ਔਰ ਜਿਤ ਦਿਨ ਦੇਹ ਬਿਨਸਸੀ, ਜਦੋਂ ਸਰੀਰ ਜਿਨ੍ਹਾਂ ਦਾ ਪਹਿਲਾਂ ਵਿਨਾਸ਼ ਹੋ ਗਿਆ, ਬਿਨਸਸੀ ਪਾਸਟ ਦੇ ਵਿੱਚ, ਭੂਤ ਕਾਲ ਦੇ ਵਿੱਚ ਜਿਨ੍ਹਾਂ ਦੇ ਸਰੀਰ ਖਤਮ ਹੋ ਗਏ, ਤਿਤ ਵੇਲਾ ਕਹਿਸਨ ਪ੍ਰੇਤ, ਉਸ ਵੇਲੇ ਉਹਨਾਂ ਨੂੰ ਪ੍ਰੇਤ ਕਿਹਾ ਗਿਆ, ਪ੍ਰੇਤ ਕਿਹਾ ਜਾਂਦਾ ਜਾਂ ਪ੍ਰੇਤ ਕਹਿਣਗੇ। ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਜਦੋਂ ਜਮ ਦੇ ਦੂਤਾਂ ਨੇ ਆ ਕੇ ਪਕੜ ਕੇ ਲੈ ਜਾਣਾ ਹੈ, ਫੜ ਕੇ ਲੈ ਜਾਣਾ, ਤੇ ਉਹਨਾਂ ਨੇ ਕਿਸੇ ਨਾਲ ਸਲਾਹ ਮਸ਼ਵਰਾ ਥੋੜ੍ਹੀ ਕਰਨਾ, ਕਿਸੇ ਨੂੰ ਪੁੱਛਣਾ ਥੋੜ੍ਹੀ ਹੈ ਵੀ ਤੁਹਾਡੇ ਪਰਿਵਾਰ ਦਾ ਜੀ ਹੈ, ਇਹਨੂੰ ਕਦੋਂ ਲੈ ਕੇ ਜਾਈਏ, ਲੈ ਜਾਈਏ ਜਾਂ ਨਾ ਲੈ ਕੇ ਜਾਈਏ, ਤੁਹਾਨੂੰ ਇਹਦੇ ਗੋਚਰਾ ਕੋਈ ਕੰਮ ਤਾਂ ਨਹੀਂ। ਉਹਨਾਂ ਨੇ ਇਹ ਨਹੀਂ ਪੁੱਛਣਾ, ਸਗੋਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਭੇਤ ਚੇਤ ਜਮ ਕਿਸੈ ਨਾ, ਹਰ ਕਿਸੇ ਨਾ ਦੇਨੀ, ਜਾ ਜਮ ਪਕੜ ਚਲਾਇਆ। ਜਦੋਂ ਜਮਾਂ ਨੇ ਪਕੜ ਕੇ ਚਲਾ ਲਿਆ ਨਾ, ਲਾ ਲਿਆ ਅੱਗੇ, ਤੇ ਉਸ ਵੇਲੇ ਉਹਨਾਂ ਨੇ ਕਿਸੇ ਨੂੰ ਭੇਤ ਨਹੀਂ ਦੇਣਾ। ਇਹ ਤਾਂ ਜਿਹੜਾ ਮਨੁੱਖ ਜਾ ਰਿਹਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਮੈਨੂੰ ਲੈ ਕੇ ਜਾ ਰਹੇ ਆ। ਆਸੇ ਪਾਸੇ ਵਾਲੇ ਤਾਂ ਬੜੀਆਂ ਉਮੀਦਾਂ ਲਾਈ ਬੈਠੇ ਹੁੰਦੇ ਆ ਕਿ ਇਹਨੂੰ ਕੁਝ ਨਹੀਂ ਹੋਣ ਲੱਗਾ, ਡਾਕਟਰਾਂ ਦੀਆਂ ਤਸੱਲੀਆਂ ਦੇ ਉੱਤੇ ਭਰੋਸਾ ਹੁੰਦਾ ਹੈ। ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਹੁਣ ਇਸ ਪੰਕਤੀ ਦੇ ਵਿੱਚ ਇੱਕ ਸ਼ਬਦ ਆਇਆ ਚਲਾਇਨ, ਕਿਉਂਕਿ ਚਲਾਇਆ ਮਰਜ਼ੀ ਤੋਂ ਬਗੈਰ ਜਾਂਦਾ ਹੈ। ਸਾਡਾ ਸਕੂਟਰ, ਮੋਟਰਸਾਈਕਲ, ਗੱਡੀ ਖੜੀ ਹੁੰਦੀ ਹੈ, ਉਹ ਚੱਲਣਾ ਨਹੀਂ ਚਾਹੁੰਦਾ, ਪਰ ਅਸੀਂ ਉਹਨੂੰ ਚਲਾਉਂਦੇ ਹਾਂ। ਚੱਲਿਆ ਮਰਜ਼ੀ ਨਾਲ ਜਾਂਦਾ ਹੈ, ਚਲਾਇਆ ਮਰਜ਼ੀ ਤੋਂ ਉਲਟ ਜਾਂਦਾ ਹੈ। 2 ਪੰਕਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦੀਆਂ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਉਂਦੀ ਹੈ ਇੱਕ ਪੰਕਤੀ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਜਿਹੜਾ ਗੁਰਮੁਖ ਹੈ ਉਹ ਜਨਮ ਨੂੰ ਸਵਾਰ ਕੇ ਦਰਗਾਹ ਵਿੱਚ ਚੱਲਿਆ ਭਾਵ ਆਪਣੀ ਮਰਜ਼ੀ ਨਾਲ ਜਾਂਦਾ। ਦੁਨਿਆਵੀ ਲੋਕਾਂ ਦਾ ਅਤੇ ਸਾਧੂਆਂ ਦਾ, ਰੱਬ ਦੇ ਪਿਆਰਿਆਂ ਦਾ, ਗੁਰੂ ਕੇ ਸਿੱਖਾਂ ਦਾ, ਗੁਰੂ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਦੇ ਜਾਣ ਦਾ ਇਹੀ ਫਰਕ ਹੈ। ਹੁਣ ਸਾਰੀ ਦੁਨੀਆ ਜਾਂਦੀ ਹੈ, ਪਰ ਰੱਬ ਦੇ ਪਿਆਰੇ ਵੀ ਜਾਂਦੇ ਹੈ। ਉਹ ਜਿਹੜਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਹੈ,
ਤੇ ਇਧਰ ਪਕੜ ਚਲਾਇਨ ਦੂਤ ਜਮ, ਇਧਰ ਪਕੜ ਕੇ ਚਲਾਇਆ ਜਾਂਦਾ ਹੈ, ਫੜ ਕੇ ਲਿਜਾਇਆ ਜਾਂਦਾ ਹੈ। ਸੋ ਪਕੜ ਚਲਾਇਨ ਦੂਤ ਜਮ, ਰੱਬ ਦੇ ਪਿਆਰੇ ਜਿਹੜੇ ਉਹ ਆਪਣੀ ਮਰਜ਼ੀ ਨਾਲ ਜਾਂਦੇ ਹੈ। ਕਈ ਦਿਨ ਹੋਏ ਮੈਂ ਡਾਕਟਰ ਰਾਣਾ ਜੀ ਕੋਲ ਬੈਠਾ ਸੀ, ਇਹਨਾਂ ਦੇ ਗ੍ਰਹਿ ਵਿਖੇ, ਤੇ ਇਹਨਾਂ ਨੇ ਮਹਾਂਪੁਰਖਾਂ ਦੀ, ਸੰਤ ਬਾਬਾ ਕਰਤਾਰ ਸਿੰਘ ਜੀ ਨਿਰਮਲੇ ਮਹਾਂਪੁਰਖ ਸੱਚਖੰਡ ਵਾਸੀ, ਜਿਨ੍ਹਾਂ ਨੇ ਇਸ ਅਸਥਾਨ ਦੇ ਉੱਤੇ ਮਹਾਨ ਤਪੱਸਿਆ ਵੀ ਕੀਤੀ, ਮਹਾਨ ਵਿੱਦਿਆ ਦਾ ਅਧਿਐਨ ਕੀਤਾ, ਮਹਾਨ ਰਚਨਾਵਾਂ ਉਹਨਾਂ ਨੇ ਲਿਖੀਆਂ, ਔਰ ਆਪ ਸੰਗਤਾਂ ਦੇ ਨਾਲ ਬੜੇ ਗੁਰਮਤਿ ਦੇ ਬਚਨ ਵਿਲਾਸ ਕਰਦੇ ਰਹੇ। ਉਹਨਾਂ ਮਹਾਂਪੁਰਖਾਂ ਦੀ ਲਿਖਤ ਇਹਨਾਂ ਨੇ ਮੈਨੂੰ ਦਿਖਾਈ। ਮਹਾਂਪੁਰਖਾਂ ਨੇ ਆਪਣੇ ਜਾਣ ਤੋਂ ਪਹਿਲਾਂ ਹੀ ਇੱਕ ਉਹਨੂੰ ਵਸੀਅਤ ਕਹਿ ਲਓ, ਆਖਰੀ ਇੱਛਾ ਕਹਿ ਲਓ, ਵਿਲ ਕਹਿ ਲਓ, ਉਹ ਡਾਕਟਰ ਰਾਣਾ ਜੀ ਹੋਰਾਂ ਨੂੰ ਲਿਖ ਕੇ ਦਿੱਤੀ ਸੀ ਵੀ ਜਦੋਂ ਮੇਰਾ ਸਰੀਰ ਚੜ੍ਹਾਈ ਕਰ ਜਾਵੇ, ਮੈਂ ਚੜ੍ਹਾਈ ਕਰ ਜਾਵਾਂ, ਪ੍ਰਾਣ ਪੰਖੇਰੂ ਉਡਾਰੀ ਮਾਰ ਜਾਣ, ਗੁਰੂ ਚਰਨਾਂ ਵਿੱਚ ਜਾ ਬਰਾਜਾਂ, ਤੇ ਇਸ ਪ੍ਰਕਾਰ ਕਰਕੇ ਤੁਸੀਂ ਮੇਰੀ ਦੇਹੀ ਦਾ ਸੰਸਕਾਰ ਇੱਥੇ ਕੁਟੀਆ ਵਾਲੀ ਜਗ੍ਹਾ ਦੇ ਉੱਤੇ ਕਰਨਾ ਹੈ। ਚੰਦਨ ਦੀ ਲੱਕੜੀ ਲੈ ਕੇ ਆਉਣੀ ਹੈ, ਦੇਸੀ ਘਿਓ ਦੀ ਵਰਤੋਂ ਕਰਨੀ, ਸਾਰੀ ਜੋ ਮਰਿਆਦਾ ਗੁਰਮਤਿ ਅਨੁਸਾਰ ਸੀ ਮਹਾਂਪੁਰਖਾਂ ਨੇ ਆਪ ਲਿਖ ਦਿੱਤੀ। ਸੋ ਹੁਣ ਇੱਕ ਆਮ ਦੁਨਿਆਵੀ ਮਨੁੱਖ ਹੈ ਜਿਹੜਾ, ਉਹ ਤਾਂ ਮੌਤ ਦਾ ਨਾਮ ਸੁਣ ਕੇ ਡਰਦਾ ਹੈ, ਅਤੇ ਮਹਾਂਪੁਰਖ ਉਹਨਾਂ ਨੂੰ ਪਤਾ ਸੀ ਵੀ ਅਸੀਂ ਕਿਹੜੇ ਸਮੇਂ ਵਿੱਚ ਜਾਣਾ ਹੈ। ਇਸ ਕਰਕੇ ਉਹਨਾਂ ਨੇ ਸਭ ਕੁਝ ਪਹਿਲਾਂ ਦੱਸ ਦਿੱਤਾ, ਸਭ ਕੁਝ ਪਹਿਲਾਂ ਪ੍ਰਬੰਧ ਕਰ ਦਿੱਤਾ। ਐਸੇ ਜਿਹੜੇ ਮਹਾਂਪੁਰਖ ਹੈ ਉਹ ਆਪਣੀ ਮਰਜ਼ੀ ਦੇ ਨਾਲ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਹੈ। ਅਤੇ ਜਿਹੜੇ ਆਪਾਂ ਦੁਨਿਆਵੀ ਲੋਕ ਹੈ, ਸਾਨੂੰ ਪਾਕੜ ਚਲਾਇਨ ਦੂਤ ਜਾਮ, ਕਿਸੇ ਨਾ ਦਿਨ ਨਹੀਂ ਭੇਤ। ਸਾਨੂੰ ਤਾਂ ਭੇਤ ਨਹੀਂ ਹੁੰਦਾ, ਪਰ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕਦੋਂ ਜਾਣਾ, ਕਿਉਂਕਿ ਉਹਨਾਂ ਨੇ ਜਨਮ ਨੂੰ ਸਵਾਰਿਆ ਹੁੰਦਾ ਅਤੇ ਅਸੀਂ ਜਨਮ ਨੂੰ ਵਿਗਾੜਿਆ ਹੁੰਦਾ। ਅਤੇ ਜਿਹੜਾ ਮਨੁੱਖ ਕੋਈ ਕਾਰਜ ਵਿਗਾੜ ਦੇਵੇ ਅਤੇ ਉਹ ਫਿਰ ਆਪਣੀ ਮਰਜ਼ੀ ਨਾਲ ਤਾਂ ਨਹੀਂ ਉੱਥੋਂ ਜਾਣਾ ਚਾਹੁੰਦਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਸ਼ਾਇਦ ਮੈਂ ਕੋਈ ਸਵਾਰ ਲਵਾਂ। ਹੁਣ ਸਾਨੂੰ ਕਿਸੇ ਮਸ਼ੀਨ ਦਾ, ਕਿਸੇ ਮਸ਼ੀਨਰੀ ਦਾ ਪਤਾ ਨਹੀਂ, ਅਸੀਂ ਘਰ ਦੇ ਵਿੱਚ ਖੋਲ੍ਹ ਲੈਂਦੇ ਹਾਂ, ਅਸੀਂ ਖੋਲ੍ਹ ਲਈ, ਵਿਗਾੜ ਦਿੱਤੀ, ਸਾਨੂੰ ਸਵਾਰਨੀ ਨਹੀਂ ਆਉਂਦੀ। ਅਤੇ ਜਿੰਨੀ ਦੇਰ ਤੱਕ ਉਹਨੂੰ ਅਸੀਂ ਉਲਟਾ ਪੁਲਟਾ ਸਿੱਧਾ ਪੁੱਠਾ ਆਪਣਾ ਦਿਮਾਗ ਪੂਰਾ ਲਾਵਾਂਗੇ ਵੀ ਜੜ ਲਈਏ, ਇਹਨੂੰ ਚੱਲਦਾ ਕਰ ਲਈਏ, ਅਸੀਂ ਆਪਣਾ ਜ਼ੋਰ ਲਾਉਂਦੇ ਹਾਂ। ਪਰ ਜਿਹੜਾ ਮਕੈਨਿਕ ਹੈ, ਜਿਹਨੂੰ ਪਤਾ ਉਹਦੇ ਬਾਰੇ, ਉਹਨੂੰ ਪਤਾ, ਉਹ ਫਿਰ ਆਪਣੀ ਮਰਜ਼ੀ ਨਾਲ ਲਾ ਕੇ ਸਭ ਕੁਝ ਚਲਾ ਕੇ ਉਹਨੂੰ ਤੇ ਚਲਿਆ ਜਾਂਦਾ, ਅਤੇ ਅਸੀਂ ਉੱਥੇ ਬੈਠੇ ਰਹਿੰਦੇ। ਇਸੇ ਤਰ੍ਹਾਂ ਦੂਤ ਜਿਹੜੇ ਹੈ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ ਜਦੋਂ ਪਕੜ ਕੇ ਲੈ ਕੇ ਜਾਂਦੇ ਹਨ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ, ਜਦੋਂ ਐਸਾ ਸਮਾਂ ਮਨੁੱਖ ਦੇ ਉੱਤੇ ਆਉਂਦਾ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਨਾਲ ਬਹੁਤ ਹੀ ਹੇਤ ਲੱਗਿਆ ਹੁੰਦਾ, ਬੜਾ ਪ੍ਰੇਮ ਕੀਤਾ ਹੁੰਦਾ, ਮਨੁੱਖ ਨੇ ਪਰਿਵਾਰ ਨਾਲ ਕੀਤਾ ਹੁੰਦਾ, ਪਰਿਵਾਰ ਨੇ ਉਹ ਮਨੁੱਖ ਨਾਲ ਕੀਤਾ ਹੁੰਦਾ, ਅਤੇ ਕੈਸੀ ਦਸ਼ਾ ਹੁੰਦੀ ਹੈ, ਕਹਿੰਦੇ ਛੱਡ ਖੜੋਤੇ ਖਿਨੈ ਮਾਹੇ, ਇੱਕ ਖਿਨ ਦੇ ਵਿੱਚ ਹੀ, ਇੱਕ ਪਲ ਦੇ ਵਿੱਚ ਹੀ, ਅੱਖ ਝਮਕਣ ਦੇ ਸਮੇਂ ਵਿੱਚ ਹੀ ਛੱਡ ਕੇ ਪਰੇ ਹੋ ਜਾਂਦੇ ਆ। ਜਿਹੜੇ ਪਹਿਲਾਂ ਉੱਪਰ ਚੜ੍ਹੇ, ਉੱਪਰ ਬੈਠੇ ਹੁੰਦੇ ਆ ਨਾ, ਉੱਪਰ ਨੇੜੇ ਹੋ ਕੇ, ਕਿਸੇ ਨੇ ਹੱਥ ਫੜਿਆ ਹੁੰਦਾ, ਕਿਸੇ ਨੇ ਬਾਂਹ ਫੜੀ ਹੁੰਦੀ ਹੈ, ਜਦੋਂ ਪਤਾ ਲੱਗ ਗਿਆ ਵੀ ਹੁਣ ਇਹ ਚੜ੍ਹਾਈ ਕਰ ਗਿਆ, ਦੂਤ ਇਹਦੀ ਦੇਹ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਲੈ ਗਏ ਆ, ਉਸ ਵੇਲੇ ਛੱਡ ਕੇ ਪਾਸੇ ਹੋ ਕੇ ਬਹਿ ਜਾਂਦੇ ਆ। ਜਿਨ੍ਹਾਂ ਦੇ ਨਾਲ ਬਹੁਤ ਪ੍ਰੇਮ ਹੁੰਦਾ ਹੈ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲੱਗੀ। ਸੋ ਜਿਨ੍ਹਾਂ ਦੇ ਨਾਲ ਬੜਾ ਪ੍ਰੇਮ ਹੁੰਦਾ, ਉਹ ਛੱਡ ਕੇ ਪਲਾਂ ਦੇ ਵਿੱਚ ਹੀ ਪਾਸੇ ਹੋ ਜਾਂਦੇ ਆ। ਹੱਥ ਮਰੋੜਾ ਤਨ ਕੱਪੇ ਸਿਆਹੋ ਹੋਆ ਸੇਤ, ਜਮਦੂਤ ਫਿਰ ਕਿਵੇਂ ਇਹ ਦੇਹੀ ਦੇ ਵਿੱਚੋਂ ਆਤਮਾ ਨੂੰ ਕੱਢਦੇ ਹੈ, ਉਹ ਮਨੁੱਖ ਦੇ ਹੱਥਾਂ ਨੂੰ ਮਰੋੜਿਆ ਜਾਂਦਾ ਹੈ, ਉਹਦਾ ਸਰੀਰ ਕੰਬਣ ਲੱਗ ਜਾਂਦਾ ਹੈ। ਹੱਥ ਮਰੋੜਾ ਤਨ ਕੱਪੇ ਸਿਆਹੋ ਹੋਆ ਸੇਤ, ਜਿਹੜਾ ਸੇਤ ਚਿੱਟਾ ਰੰਗ ਸੀ, ਸੋਹਣਾ ਗੋਰਾ ਰੰਗ ਸੀ, ਉਹ ਵੀ ਸਿਆਹੋ ਹੋ ਜਾਂਦਾ, ਕਾਲਾ ਹੋ ਜਾਂਦਾ, ਸਰੀਰ ਕਾਲਾ ਪੈ ਜਾਂਦਾ। ਆਪਾਂ ਕਹਿੰਦੇ ਸਰੀਰ ਨੀਲਾ ਪੈ ਗਿਆ, ਸਰੀਰ ਕਾਲਾ ਪੈ ਗਿਆ, ਰੰਗ ਬਦਲ ਗਿਆ। ਜਾਂ ਸਿਆਹੋ ਜਿਹੜਾ ਚਮਕਦਾਰ ਸੀ, ਹੋਆ ਸੇਤ, ਉਹ ਫਿਰ ਸਫੈਦ ਹੋ ਜਾਂਦਾ, ਬਿਲਕੁਲ ਉਹਦੇ ਵਿੱਚੋਂ ਖੂਨ ਸੁੱਕ ਜਾਂਦਾ। ਐਸੀ ਹਾਲਤ ਹੁੰਦੀ ਹੈ। ਹੱਥ ਮਰੋੜਾ ਤਨ ਕੱਪੇ, ਸਰੀਰ ਦੇ ਵਿੱਚੋਂ, ਦੇਹੀ ਦੇ ਵਿੱਚੋਂ ਜਦੋਂ ਆਤਮਾ ਨੂੰ ਜਮਦੂਤ ਕੱਢਦੇ ਆ ਨਾ, ਕਹਿਣਾ ਸੌਖਾ ਹੈ ਵੀ ਮੌਤ ਆ ਜਾਂਦੀ ਹੈ। ਗੁਰਮੁਖੋ, ਮਹਾਂਪੁਰਖਾਂ ਦੇ ਧਰਮ ਗ੍ਰੰਥਾਂ ਦੇ ਇਹ ਬਚਨ ਹੈ, ਕਹਿੰਦੇ ਜਿਵੇਂ ਹਜ਼ਾਰਾਂ ਹੀ ਬਿੱਛੂ ਇੱਕ ਵਾਰ ਡੰਗ ਮਾਰ ਦੇਣ ਨਾ ਇਕੱਠੇ, ਇੰਨਾ ਦਰਦ, ਇੰਨੀ ਪੀੜਾ ਉਸ ਵੇਲੇ ਸਰੀਰ ਨੂੰ ਹੁੰਦੀ ਹੈ ਜਦੋਂ ਸਰੀਰ ਦੇ ਵਿੱਚੋਂ ਆਤਮਾ ਨੂੰ ਜਮਦੂਤ ਕੱਢ ਕੇ ਲੈ ਕੇ ਜਾਂਦੇ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਜਮਾਂ ਦੀ ਮਾਰ ਸਹਿਣੀ ਬਹੁਤ ਔਖੀ ਹੁੰਦੀ ਹੈ, ਬੜਾ ਔਖਾ ਕਰਕੇ ਇਹ ਸਰੀਰ ਦੇ ਵਿੱਚੋਂ
ਆਤਮਾ ਨੂੰ ਕੱਢ ਕੇ ਲੈ ਕੇ ਜਾਂਦੇ ਆ। ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ। ਹੱਥਾਂ ਨੂੰ ਮਰੋੜਦੇ ਐ, ਆਪਾਂ ਕਹਿੰਦੇ ਜੀ ਘੁੰਡ ਮੁੜ ਗਏ। ਉਹ ਜਮਦੂਤਾਂ ਨੇ ਹੱਥਾਂ ਪੈਰਾਂ ਨੂੰ ਮਰੋੜ ਕੇ ਇਹ ਆਤਮਾ ਨੂੰ ਕੱਢਿਆ ਹੁੰਦਾ। ਸਰੀਰ ਕੰਬਣ ਲੱਗ ਜਾਂਦਾ ਹੈ। ਸਿਆਹੋ ਹੋਆ ਸੇਤ, ਜਿਹੜਾ ਚਿੱਟਾ ਗੋਰਾ ਰੰਗ ਹੁੰਦਾ ਉਹ ਕਾਲਾ ਹੋ ਜਾਂਦਾ ਹੈ, ਜਾਂ ਜਿਹੜਾ ਭਖਦਾ ਦਗਦਾ ਚਿਹਰਾ ਹੁੰਦਾ ਉਹ ਸਫੇਦ ਪੀਲਾ ਪੈ ਜਾਂਦਾ ਹੈ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਫਿਰ ਕਹਿੰਦੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਬੀਜਿਆ ਹੁੰਦਾ ਹੈ ਉਹੇ ਜਿਹਾ ਜੀਵ ਨੂੰ ਵੱਢਣਾ ਪੈਂਦਾ, ਭਾਵ ਕਰਮਾਂ ਦਾ ਫਲ ਉਹਨੂੰ ਉਸੇ ਪ੍ਰਕਾਰ ਦਾ ਮਿਲਦਾ। ਕਰਮਾ ਸੰਦੜਾ ਖੇਤ, ਕਰਮਾਂ ਦਾ ਜਿਹੜਾ ਖੇਤ ਹੈ, ਜਿਸ ਤਰ੍ਹਾਂ ਦਾ ਬੀਜਿਆ, ਜਿਸ ਤਰ੍ਹਾਂ ਦੇ ਜੇ ਚੰਗੇ ਕਰਮ ਕੀਤੇ ਆ ਤੇ ਉਹਨਾਂ ਦਾ ਚੰਗਾ ਫਲ, ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰ। ਧਰਮ ਰਾਜੇ ਦੀ ਕਚਹਿਰੀ ਵਿੱਚ ਚੰਗੇ ਮਾੜੇ ਦਾ ਲੇਖਾ ਹੁੰਦਾ ਹੈ। ਕਈ ਕਹਿੰਦੇ ਆ ਨਾ ਵੀ ਕਿੱਥੇ ਲਿਖਿਆ ਵੀ ਲੇਖਾ ਹੁੰਦਾ ਹੈ, ਵੀ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਇਹ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ। ਜੇ ਆਪਾਂ ਪੜ੍ਹੀਏ ਸੁਣੀਏ ਤਾਂ ਹੀ ਸਾਨੂੰ ਪਤਾ ਲੱਗੇ ਨਾ। ਜੇ ਸਿਰਫ ਨਾਸਤਕ ਭਾਵਨਾ ਕਰਕੇ ਵੀ ਆਹ ਸੰਸਾਰ ਦੇ ਵਿੱਚ ਹੀ ਹੈ ਜੀ ਜੋ ਹੈ, ਅਗਾਂਹ ਕਿਹਨੇ ਦੇਖਿਆ? ਜਿਨ੍ਹਾਂ ਨੇ ਦੇਖਿਆ ਭਾਈ ਉਹਨਾਂ ਨੇ ਲਿਖਿਆ। ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ। ਧਰਮ ਰਾਜੇ ਦੀ ਹਜ਼ੂਰੀ ਵਿੱਚ ਵਾਚਿਆ ਜਾਂਦਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਹੇਗਾ। ਫਿਰ ਉਸ ਵੇਲੇ ਜਦੋਂ ਲੇਖਾ ਹੁੰਦਾ ਕਰਮਾਂ ਦੇ ਅਨੁਸਾਰ ਜਿਸ ਤਰ੍ਹਾਂ ਦਾ ਬੀਜਿਆ ਹੁੰਦਾ ਉਸ ਤਰ੍ਹਾਂ ਦਾ ਵੱਢਣਾ ਪੈਂਦਾ। ਐਸਾ ਨਹੀਂ ਕਿ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ। ਹੰਢੈ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਕੱਤਿਆ ਤਾਂ ਉੱਨ ਹੋਵੇ ਤੇ ਪਹਿਨਣ ਵਾਸਤੇ ਕਹੇ ਰੇਸ਼ਮ ਮਿਲ ਜਾਏ। ਬੀਜ ਬੀਜੇ ਹੁਣ ਕਿੱਕਰਾਂ ਦੇ ਤੇ ਆਖੇ ਦਾਖਾਂ ਮਿਲ ਜਾਣ, ਨਹੀਂ ਉਹਨਾਂ ਨੂੰ ਤਾਂ ਤੁੱਕੇ ਤੇ ਕੰਡੇ ਹੀ ਲੱਗਣੇ ਆ। ਸੋ ਇਸ ਪ੍ਰਕਾਰ ਜਿਸ ਪ੍ਰਕਾਰ ਦਾ ਹੀ ਚੰਗਾ ਮਾੜਾ ਕਰਮ ਕੀਤਾ ਉਸ ਅਨੁਸਾਰ ਲੇਖਾ ਹੁੰਦਾ, ਫਲ ਮਿਲਦਾ ਹੈ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਨਾਨਕ ਨਾਮ ਦੀ ਮੋਹਰ ਲਾ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਆਗਤੀ। ਅਸੀਂ ਉਹ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਗਏ ਹਾਂ। ਸ਼ਰਨ ਵਿੱਚ ਸਾਨੂੰ ਆਉਣਾ ਚਾਹੀਦਾ ਹੈ, ਜਾਂ ਜਿਹੜੇ ਸ਼ਰਨ ਵਿੱਚ ਆਗਤੀ ਆ ਗਏ ਉਹਨਾਂ ਦੀ ਗਤੀ ਹੋ ਗਈ, ਉਹਨਾਂ ਦੀ ਕਲਿਆਣ ਹੋ ਗਈ। ਚਰਨ ਬੋਹਿਤ ਪ੍ਰਭ ਦੇਤ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਚਰਨ ਜਿਹੜੇ ਬੋਹਿਤ ਨਾਮ ਜਹਾਜ਼ ਦਾ ਹੈ, ਬੇੜੇ ਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਹੈ ਜਿਹੜੇ, ਇਹ ਜਹਾਜ਼ ਦੀ ਨਿਆਈ ਹੈ। ਚਰਨ ਕੀ ਹੈ? ਸਤਿਗੁਰੂ ਦੇ ਚਰਨ ਕੀ ਹੈ? ਆਪਾਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸ਼ਬਦ ਗੁਰੂ ਹੈ, ਤੇ ਸ਼ਬਦ ਦੇ ਚਰਨ ਕਿਹੜੇ ਹੈ? ਵਾਹਿਗੁਰੂ ਨਿਰੰਕਾਰ ਹੈ ਜਿਹਦਾ ਆਕਾਰ ਹੀ ਨਹੀਂ, ਫਿਰ ਉਹਦੇ ਚਰਨ ਕਿਹੜੇ ਹੋਏ? ਜਾਪ ਸਾਹਿਬ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਚਿੱਤ ਚਰਨ ਨਾਮ। ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨ ਕੀ ਹੈ? ਉਹਦਾ ਨਾਮ ਹੈ। ਜਿਹੜੇ ਉਹਦੇ ਨਾਮ ਦੇ ਨਾਲ ਜੁੜ ਗਏ, ਨਾਮ ਰੂਪੀ ਜਹਾਜ਼ ਦੇ ਉੱਤੇ ਚੜ੍ਹ ਗਏ, ਚਰਨਾਂ ਦੇ ਨਾਲ ਜੁੜ ਗਏ, ਫਿਰ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਉਹਨਾਂ ਦੀ ਸ਼ਰਨ ਆਇਆਂ ਦੀ ਗਤੀ ਹੋ ਜਾਂਦੀ ਹੈ, ਕਲਿਆਣ ਹੋ ਜਾਂਦੀ ਹੈ। ਜਿਨ੍ਹਾਂ ਨੇ ਸ਼ਰਨ ਨੂੰ ਆਗਤੀ ਆ ਕੇ ਗ੍ਰਹਿਣ ਕਰ ਲਿਆ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾ ਕਮਲਾ ਰੂਪੀ ਜਹਾਜ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਜਿਸ ਕਰਕੇ ਉਹਨਾਂ ਦਾ ਪਾਰ ਉਤਾਰਾ ਹੁੰਦਾ। ਸੇ ਭਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ। ਭਾਦੋਂ ਰੂਪੀ ਮਨੁੱਖਾ ਜਨਮ ਦੇ ਵਿੱਚ ਫਿਰ ਕਹਿੰਦੇ ਉਹ ਜੀਵ, ਉਹ ਭਾਦੋਏ, ਉਹ ਮਨੁੱਖ ਨਰਕ ਨਾ ਪਾਈਆ, ਨਰਕ ਦੇ ਵਿੱਚ ਨਹੀਂ ਪਾਏ ਜਾਂਦੇ, ਨਰਕਾਂ ਵਿੱਚ ਨਹੀਂ ਉਹਨਾਂ ਨੂੰ ਜਾਣਾ ਪੈਂਦਾ। ਗੁਰ ਰੱਖਣ ਵਾਲਾ ਹੇਤ, ਜਿਹੜਾ ਗੁਰੂ ਦਾ ਹੇਤ ਰੱਖਣ ਵਾਲਾ ਮਨੁੱਖ ਹੈ, ਗੁਰੂ ਦੇ ਨਾਲ ਪਿਆਰ ਰੱਖਣ ਵਾਲਾ ਮਨੁੱਖ ਹੈ, ਜਾਂ ਗੁਰ ਰੱਖਣ ਵਾਲਾ, ਗੁਰੂ ਰਖਵਾਲੀ ਕਰਨ ਵਾਲਾ ਹੈ। ਜਿਹੜਾ ਕਿਸ ਦੀ? ਜਿਹੜਾ ਗੁਰੂ ਦੇ ਨਾਲ ਹੇਤ ਕਰਦਾ, ਜਾਂ ਜਿਨ੍ਹਾਂ ਨੂੰ ਗੁਰੂ ਹੇਤ, ਗੁਰੂ ਜਿਨ੍ਹਾਂ ਨੂੰ ਪ੍ਰੇਮ ਕਰਦਾ ਉਹਨਾਂ ਨੂੰ ਗੁਰੂ ਆਪ ਹੀ ਰੱਖਦਾ। ਜਿਵੇਂ ਭਾਈ ਜੋਗੇ ਨੂੰ ਨਰਕ ਅਗਨ ਵਿੱਚ ਡਿੱਗਣੋਂ ਹੁਸ਼ਿਆਰਪੁਰ ਦੀਆਂ ਗਲੀਆਂ ਵਿੱਚ ਸਤਿਗੁਰੂ ਨੇ ਆਪ ਰੱਖਿਆ। ਬਚਨ ਪੁਗਾਏ ਜੋਗਿਆ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਹੈ। ਸੋ ਗੁਰੂ ਉਹਨਾਂ ਨੂੰ ਆਪ ਹੀ ਨਰਕਾਂ ਦੇ ਵਿੱਚ ਪੈਣ ਤੋਂ ਉਹਨਾਂ ਦੀ ਰੱਖਿਆ ਕਰਦਾ ਹੈ। ਸੇ ਭਾਦੋਏ ਨਰਕ ਨਾ ਪਾਈ ਹੈ। ਦੂਸਰਾ ਅਰਥ ਕਰਾਂਗੇ ਕਿ ਭਾ ਦੋਏ, ਭਾ ਨਾਮ ਹੈ ਜਲਾਉਣ ਦਾ, ਭਾਹੇ ਨਾ ਸਕੈ ਜਾਂ ਭਾਹੇ ਨਾਮ ਹੈ ਜਲਾਉਣ ਦਾ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਦੁਆਇਤ ਨੂੰ ਜਲਾ ਲਿਆ, ਭਾ ਦੋਏ, ਦੁਆਇਤ ਨੂੰ, ਦੁਬਦਾ ਨੂੰ ਜਿਨ੍ਹਾਂ ਨੇ ਜਲਾ ਲਿਆ, ਖਤਮ ਕਰ ਲਿਆ, ਸਾੜ ਲਿਆ। ਖਾਲਸਾ ਸੋਏ ਜੋ ਕਰਮਾਂ ਕੋ ਸਾੜੈ। ਸੋ ਹਿਰਦੈ ਉਦੈ ਗਿਆਨ ਰਿਦ ਹੋਤ ਜਬ ਸੰਚਿਤ ਕਰਮ ਬਿਲਾਤ ਕਿਰੇ ਮਾਨ ਹੋਵੇ ਨਹੀਂ ਪ੍ਰਾਰਬਧ ਮਿਟ ਜਾਤ। ਸਾਰੇ ਤਰ੍ਹਾਂ ਦੇ ਕਰਮ ਜਿਹੜੇ ਹੈ ਉਹਨਾਂ ਦਾ ਵਿਨਾਸ਼ ਹਿਰਦੇ ਵਿੱਚ ਗਿਆਨ ਪੈਦਾ ਹੋਣ ਦੇ ਨਾਲ ਹੈ।
क्योंकि ब्रह्म ज्ञान की जिहड़ी अग्नि है वो ऐसा ही धर्म ग्रंथां दे विच उहदी बाबत लिखिया है, ब्रह्मनाणी अगनाणी कर्माणी दगधाणी। जिहड़ी ब्रह्म की अग्नि है, ब्रह्म के ज्ञान की अग्नि है, वो ऐसी अगनाणी ऐसी अग्नि है कर्माणी दगधाणी, कर्मां नूं दगध करन वाली है, कर्मां नूं साड़न वाली है। जिन्हां ने भा लिया जला लिया दोए नूं दवैत नूं नरक ना पाईया है, सो वो नरकां दे विच नहीं पाए जाते गुर रखण वाला हेत। जां नरक पाईए नरक विच पाए जाते कौन, ना गुर रखण वाला हेत। जिहड़े गुरु दे नाल हेत नहीं रखदा उन्हां नूं फिर नरकां विच पाया जांदा है। से भादोए नरक ना पाईए उन्हां नूं नरकां विच नहीं पाया जांदा गुर रखण वाला हेत। जिहड़े गुरु दे नाल हेत प्रेम रखण वाले है, सो आपां गुरु दे नाल प्रेम रखीए। गुरु नाल प्रेम रखना की है, गुरु दे बचनां नूं मनना। बाणी गुरु, गुरु है बाणी विच बाणी अमृत सारे। गुर बाणी कहे सेवक जन मानै, प्रतख गुरु निस्तारे। गुरु बाणी कहे, गुरु बचन कहे, सेवक उन्हां नूं सत करके मन लवे। फिर सतगुरु जी प्रतख रूप दे विच अपने सिख दा, अपने सेवक दा, जुड़े हुए जीव का निस्तारा कर दिंदे हन, कल्याण कर दिंदे हन। ये भादों के महीने द्वारा सतगुरु जी ने सानू उपदेश बख्शिश किया है। सो अज दे शब्द का जिहड़ा भावार्थ यही है कि सानू कदे भी दुआयत दे विच दुविधा दे विच भरम भुलेखिਆਂ विच पै के दूजिਆਂ दे नाल अकाल पुरख वाहिगुरू तो छड्ड के हेत नहीं लाउणा चाहिदा, प्रेम नहीं लाउणा चाहिदा। नहीं तो जिवें एक इस्त्री है वो लखां शंगार बनावे पर अपने पति वारता धर्म दे विच परपक्क ना होवे, ते कीते हार शंगार किसे काम नहीं। इस तरह जदों असीं एक दे नाल नहीं जुड़े, एक अकाल पुरख वाहिगुरू दे नहीं होए, फिर साडे कर्म धर्म कीते होए शंगार जिहड़े वो किसे काम नहीं। क्योंकि ये देही ने एक दिन खत्म हो जाना। जदों खत्म होगी बिनस गई सारिਆਂ ने प्रेत प्रेत कहण लग जाना। दूतां ने जदों लैके जाना उन्होंने किसी नूं भेत नहीं देना। इस करके जिहड़े बहुत ही प्रेम करन वाले है वो एक खिन दे विच ही छड्ड के पासे हो जाते हैं। जदों जमदूत हत्थां नूं मरोड़दे है, शरीर कंबण लग जाता, अंतिम समा आ जाता है, तो शरीर जिहड़ा काला स्याह हो जाता है, चिट्टा गोरा रंग ये खत्म हो जाता, जिहड़ा शरीर का तप तेज है। तो उस वेले जिहड़े बहुत ही हित करन वाले है वो एक खिन दे विच ही छड्ड के पासे हो जाते हैं। जमदूत जदों इस प्रकार करके लैके जाते हैं, धर्म राजा की दरगाह दे विच लेखा हुंदा, कर्मां अनुसार फल मिलता है। सो ये सब कासे ये सारे चक्रां दे विचों बचण दे लई सतगुर सच्चे पातशाह जी कहंदे जी मनुखा जन्म नूं सफला करना है ते वाहिगुरू परमेश्वर दी गुरु दी शरण दे विच आ जा। गुरु दे जिहड़े चरण है वो जहाज दी न्याई है, तैनूं रखण वाले है, पार उतारा करन वाले है। ऐसा जिहड़ा सिख है, ऐसा जिहड़ा जीव है वो नरकां दे विच नहीं पैंदा। जिन्हें दवैत नूं साड़ लिया, वाहिगुरू परमेश्वर दे चरणां दे नाल हेत प्रेम ला लिया है, सो उन्हां दी गुरु रखवाली करन वाला है। लोक सुखी अते परलोक सुहेले उन्हां दे गुरु करदा है। कथा विचार दौरान होईआं बेअंत भुल्लां दी आप समूह संगतां ने खिमा बख्शिश करनी। गरीब नवाज सच्चे पातशाह किरपा करन, समत बख्शिश करन। फिर आप जी दे चरणां दी सेवा इस प्रकार गरीब नवाज सच्चे पातशाह उद्यम बख्शिश करके लैंदे रहन। आओ समाप्ति दियां तुकां 12 माहां दे इस शब्द दियां पढ़ के उपरंत गुरफतेह विच शामिल होना है। फिर अरदास बेनती होएगी। उपरंत सतगुरु जी का पवित्र हुक्मनामा कड़ा प्रशादी देग ते उस तो उपरंत जिस भी परिवार दे वल्लों अज दे लंगर पानी की सेवा, जल पानी की सेवा संगतां वास्ते लई गई है, गुरु चरनां विच अरदासां बेनतियां कीतियां, उन्हां गुरमुखां की भावना भी जरूर पूरी करके जाओ। सब ने लोड़ अनुसार छक के जाना है। देहो सजन असीसड़ियाँ ज्यों होवै साहिब स्यों मेल, नानक प्रभ शरणागति चारण बोहित प्रभ देत, से भादोए नरक न पाईया है गुर रखण वाला हेत। वाहिगुरू जी का खालसा, वाहिगुरू जी